ਸਤਿ ਸ਼੍ਰੀ ਅਕਾਲ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਗ੍ਰੇਹਾਉਂਡ ਕੈਨੇਡਾ ਦੇ ਵੱਲੋਂ ਕਈ ਕੱਟੇ ਗਏ ਬੱਸ ਰੂਟ ਆਪਣੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਕਰਨ ਜਾ ਰਹੀ ਹੈ ਬੰਦ। ਹੈਲਥ ਕੈਨੇਡਾ ਦੇ ਵੱਲੋਂ ਮਾਰਚ ਤੱਕ ਤੀਜੇ ਪੜਾਅ ਦੇ ਲਈ ਮੈਡੀਕੈਗੋ ਵੈਕਸੀਨ ਦੇ ਟ੍ਰਾਇਲ ਮੁਕੰਮਲ ਕਰਨ ਦੀ ਤਿਆਰੀ। ਪਲਾਂਟ ਬੇਸਡ ਟੈਕਨੋਲੋਜੀ ਦੇ ਨਾਲ ਬਣਿਆ ਟੀਕਾ ਇਮਿਊਨ ਦੇ ਲਈ ਮਾਨਤਾ ਪ੍ਰਾਪਤ। ਲੰਬੇ ਅਰਸੇ ਬਾਅਦ ਅਮਰੀਕੀਆਂ ਦੇ ਚਿਹਰੇ ਤੋਂ ਉਤਰੇ ਮਾਸਕ। ਸੀਡੀਸੀ ਨੇ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਮਾਸਕ ਉਤਾਰਨ ਦੀ ਦਿੱਤੀ ਆਜ਼ਾਦੀ। ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਉਹਨਾਂ ਲੋਕਾਂ ਲਈ ਬੁਰੀ ਖਬਰ ਜੋ ਸਫ਼ਰ ਕਰਦੇ ਨੇ। ਗ੍ਰੇਹਾਉਂਡ ਕੈਨੇਡਾ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਕੋਈ ਚੰਗੀ ਖਬਰ ਤਾਂ ਨਹੀਂ ਹੈ। ਦਰਅਸਲ ਗ੍ਰੇਹਾਉਂਡ ਨੇ ਆਪਣੀ तमाम ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਨ ਦਾ ਫੈਸਲਾ ਲਿਆ ਹੈ। ਕਾਰਨ ਹੈ ਕੋਵਿਡ ਦੌਰਾਨ ਪਿਆ ਯਾਤਰੀਆਂ ਦੇ ਸਫ਼ਰ ਦੇ ਵਿੱਚ ਘਾਟਾ ਤੇ ਸਰਕਾਰ ਦੇ ਵੱਲੋਂ ਕੋਈ ਮਦਦ ਨਾ ਮਿਲਣਾ, ਜਿਸ ਤੋਂ ਪਰੇਸ਼ਾਨ ਹੋ ਕੇ ਇਹ ਬੱਸ ਸੇਵਾ ਹੁਣ ਬੰਦ ਹੋਣ ਜਾ ਰਹੀ ਹੈ। ਓਨਟਾਰੀਓ ਤੇ ਕਿਊਬੈਕ ਦੇ ਵਿੱਚ ਪ੍ਰਭਾਵਿਤ ਹੋਣ ਵਾਲੇ ਰੂਟ ਜਿਹੜੇ ਨੇ ਉਹਨਾਂ ਦੀ ਲਿਸਟ ਕੁਝ ਇਸ ਤਰ੍ਹਾਂ। ਆਓ ਦੇਖਦੇ ਹਾਂ ਇਸ ਤੇ ਇੱਕ ਰਿਪੋਰਟ। ਗ੍ਰੇਹਾਉਂਡ ਬੱਸਾਂ ਕੈਨੇਡਾ ਦੇ ਵਿੱਚ ਲਗਭਗ ਇੱਕ ਸਦੀ ਸੇਵਾਵਾਂ ਦੇਣ ਤੋਂ ਬਾਅਦ ਕੈਨੇਡਾ ਦੇ ਵਿੱਚ ਇੰਟਰਸਿਟੀ ਬੱਸ ਕੈਰੀਅਰ ਦੇ ਕੰਮਕਾਜ ਨੂੰ ਬੰਦ ਕਰਕੇ ਪੂਰੇ ਦੇਸ਼ ਦੇ ਵਿੱਚ ਸਾਰੇ ਬੱਸ ਰੂਟਾਂ ਨੂੰ ਪੱਕੇ ਤੌਰ ਤੇ ਕੱਟ ਰਹੀਆਂ ਨੇ। ਮੋਟਰ ਕੋਚ ਕੰਪਨੀ ਦਾ ਕਹਿਣਾ ਹੈ ਕਿ ਓਨਟਾਰੀਓ ਤੇ ਕਿਊਬੈਕ ਦੇ ਵਿੱਚ ਇਸ ਦੇ ਬਾਕੀ ਰਸਤੇ ਵੀਰਵਾਰ ਨੂੰ ਪੱਕੇ ਤੌਰ ਤੇ ਬੰਦ ਹੋ ਜਾਣਗੇ। ਇਸ ਦਾ ਅਮਰੀਕਨ ਐਫੀਲੀਏਟ ਗ੍ਰੈਂਟ ਹਾਊਂਡ ਲਾਈਨਜ਼ ਟੋਰਾਂਟੋ ਲਈ ਸਰਹੱਦ ਪਾਰ ਕਰਨ ਵਾਲੇ ਰਸਤੇ ਚਲਾਉਣਾ ਜਾਰੀ ਰੱਖੇਗਾ। ਮੌਂਟਰੀਅਲ ਤੇ ਵੈਨਕੂਵਰ ਬਾਰਡਰ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਇਹ ਫੈਸਲਾ 1 ਸਾਲ ਬਾਅਦ ਉਦੋਂ ਆਇਆ ਹੈ ਜਦੋਂ ਕੋਵਿਡ-19 ਦੀ ਪਹਿਲੀ ਲਹਿਰ ਵਿਚਾਲੇ ਗ੍ਰੇਹਾਉਂਡ ਕੈਨੇਡਾ ਨੇ ਯਾਤਰੀਆਂ ਦੇ ਵਿੱਚ ਭਾਰੀ ਗਿਰਾਵਟ ਤੇ ਯਾਤਰਾ ਦੀਆਂ ਪਾਬੰਦੀਆਂ ਦੇ ਵਿੱਚ ਭਾਰੀ ਗਿਰਾਵਟ ਕਾਰਨ ਅਸਥਾਈ ਤੌਰ ਤੇ ਸਾਰੀਆਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ। ਬੱਸ ਕੈਰੀਅਰ ਨੇ ਡਿੱਗਦੇ ਰਾਈਡਰਸ਼ਿਪ, ਵੱਧ ਰਹੇ ਮੁਕਾਬਲੇ ਤੇ ਨਿਰੰਤਰਤਾ ਦੇ ਨਾਲ ਕਈ ਸਾਲਾਂ ਤੋਂ ਸੰਘਰਸ਼ ਕੀਤਾ ਹੈ। ਗ੍ਰੇਹਾਉਂਡ ਕੈਨੇਡਾ ਦੇ ਸੀਨੀਅਰ ਉਪ ਪ੍ਰਧਾਨ ਸਟੂਅਰਟ ਨੇ ਕਿਹਾ ਹੈ, ਮਹਾਮਾਰੀ ਦੇ ਦੌਰਾਨ ਅਖੌਤੀ ਫੇਅਰ ਬਾਕਸ ਆਮਦਨੀ ਦੇ ਸੰਪੂਰਨ ਨੁਕਸਾਨ ਨੇ ਕੰਪਨੀ ਨੂੰ ਸਥਾਈ ਤੌਰ ਤੇ ਕੰਮਕਾਜ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਹ ਫੈਸਲਾ ਪੇਂਡੂ ਤੇ ਦੂਰ ਦੁਰਾਡੇ ਇਲਾਕਿਆਂ ਲਈ ਇੱਕ ਸਦਮਾ ਹੈ ਜੋ ਆਵਾਜਾਈ ਲਈ ਨਿੱਜੀ ਇੰਟਰਸਿਟੀ ਬੱਸ ਕੰਪਨੀਆਂ ਦੇ ਪੈਚਵਰਕ ਤੇ ਨਿਰਭਰ ਕਰਦੇ ਨੇ। ਇਹ ਸੇਵਾ ਲੰਮੇ ਸਮੇਂ ਤੋਂ ਛੋਟੇ ਭਾਈਚਾਰਿਆਂ ਤੇ ਵੱਡੇ ਸ਼ਹਿਰਾਂ ਨੂੰ ਜੋੜਨ ਵਾਲੇ ਇੱਕ ਨੈਟਵਰਕ ਦਾ ਹਿੱਸਾ ਹੈ ਜੋ ਕਿ ਜ਼ਰੂਰੀ ਕਰਮਚਾਰੀ ਤੇ ਵਿਦਿਆਰਥੀਆਂ ਤੋਂ ਲੈ ਕੇ ਬਜ਼ੁਰਗਾਂ ਤੇ ਬੈਗ ਪੈਕਰਾਂ ਤੱਕ ਹਰੇਕ ਲਈ ਇੱਕ ਕਿਫਾਇਤੀ ਤੇ ਸੁਵਿਧਾਜਨਕ ਯਾਤਰਾ ਦੀ ਪੇਸ਼ਕਸ਼ ਕਰਦੀ ਹੈ। ਫਿਰ ਵੀ ਕਾਰ ਦੀ ਮਲਕੀਅਤ, ਰਾਈਡ ਸ਼ੇਅਰਿੰਗ, ਛੂਤ ਵਾਲੀਆਂ 에ਅਰਲਾਈਨਾਂ ਤੇ ਸ਼ਹਿਰੀ ਮਾਈਗ੍ਰੇਸ਼ਨ ਦੇ ਵਾਧੇ ਨੇ ਹੌਲੀ-ਹੌਲੀ ਬੱਸਾਂ ਦੀ ਸਵਾਰੀ ਨੂੰ ਘਟਾ ਦਿੱਤਾ ਹੈ, ਜਿਸ ਨਾਲ ਗ੍ਰੇਹਾਉਂਡ ਕੈਨੇਡਾ ਕੁਝ ਸੇਵਾਵਾਂ ਦੀ ਫ੍ਰੀਕੁਐਂਸੀ ਨੂੰ ਹੌਲੀ-ਹੌਲੀ ਘਟਾਉਂਦਾ ਹੈ ਤੇ ਹੋਰ ਰਸਤੇ ਪੂਰੀ ਤਰ੍ਹਾਂ ਕੱਟ ਦਿੰਦਾ ਹੈ। ਕੈਂਡਰਿਕ ਨੇ ਕਿਹਾ ਹੈ ਕਿ ਪ੍ਰਾਈਵੇਟ ਕੈਰੀਅਰ ਇਹਨਾਂ ਪੇਂਡੂ ਮਾਰਗਾਂ ਨੂੰ ਬਣਾਈ ਰੱਖਣ ਦੇ ਲਈ ਫੇਅਰ ਬਾਕਸ ਮਾਲੀਏ ਤੇ ਭਰੋਸਾ ਕਰ ਰਹੇ ਨੇ। ਉਹਨਾਂ ਕਿਹਾ ਕਿ ਜਦੋਂ ਰਾਈਡਰਸ਼ਿਪ ਘਟਦੀ ਹੈ ਤਾਂ ਕਈ ਵਾਰ ਜਾਂ ਤਾਂ ਫ੍ਰੀਕੁਐਂਸੀ ਕੱਟਣ ਦਾ ਫੈਸਲਾ ਕਰਨਾ ਪੈਂਦਾ ਜਾਂ ਰੂਰਲ ਮਾਰਕੀਟ ਦੇ ਵਿੱਚੋਂ ਬਾਹਰ ਨਿਕਲਦੇ ਆ ਜਾਂ ਕੁਝ ਮਦਦ ਭਾਲਦੇ ਆ। ਗਿਰਾਵਟ ਵਾਲੀ ਰਾਈਡਰਸ਼ਿਪ ਰੀ-ਰੈਗੂਲੇਸ਼ਨ ਦੇ ਸਬਸਿਡੀ ਵਾਲੇ ਮੁਕਾਬਲੇ ਦਾ ਹਵਾਲਾ ਦਿੰਦੇ ਹੋਏ ਗ੍ਰੇਹਾਉਂਡ ਕੈਨੇਡਾ ਨੇ ਪੱਛਮੀ ਕੈਨੇਡਾ ਦੇ ਵਿੱਚ ਸਾਲ 2018 ਦੇ ਵਿੱਚ ਸਾਰੇ ਕਾਰਜ ਮੁਅੱਤਲ ਕਰ ਦਿੱਤੇ। ਕੈਂਡਰਿਕ ਨੇ ਕਿਹਾ ਹੈ ਕਿ ਇਸ ਦੇ ਬਾਕੀ ਰੂਟਾਂ 'ਚ ਚੱਲ ਰਹੀਆਂ ਚੁਣੌਤੀਆਂ ਦੇ ਬਾਵਜੂਦ ਮਹਾਮਾਰੀ ਦੇ ਸ਼ੁਰੂ ਦੇ ਵਿੱਚ ਯਾਤਰੀਆਂ ਦੀ 95% ਦੀ ਕਮੀ ਤੇ ਕੰਪਨੀ ਕੁਝ ਵੀ ਤਿਆਰ ਨਹੀਂ ਕਰ ਪਾਈ। ਜ਼ਿਆਦਾਤਰ ਕੋਚ ਬੱਸ ਕੰਪਨੀਆਂ ਨੇ ਮਿਲ ਕੇ ਕੋਵਿਡ-19 ਦੀਆਂ ਪਾਬੰਦੀਆਂ ਦੇ ਵਿਚਕਾਰ ਵਿੱਤੀ ਸਹਾਇਤਾ ਲਈ ਫੈਡਰਲ ਤੇ ਸੂਬਾਈ ਸਰਕਾਰਾਂ ਤੱਕ ਪਹੁੰਚ ਕੀਤੀ। ਉਹ ਮੌਜੂਦਾ ਮਹਾਮਾਰੀ ਸਮਰਥਨ ਦੇ ਲਈ ਸੰਕੇਤ ਕੀਤੇ ਗਏ ਸਨ। ਮੁਸ਼ਕਿਲ ਯਾਤਰੀ ਆਵਾਜਾਈ ਉਦਯੋਗ ਦੇ ਲਈ ਗ੍ਰੇਹਾਉਂਡ ਕੈਨੇਡਾ ਨੂੰ ਪਿਛਲੇ ਮਈ ਦੇ ਵਿੱਚ ਅਸਥਾਈ ਤੌਰ ਤੇ ਸਾਰੀ ਸੇਵਾ ਮੁਅੱਤਲ ਕਰਨ ਦੇ ਰਸਤੇ ਲਿਆਂਦਾ। ਇਸ ਨੂੰ ਅਸੀਂ ਅਣਗਹਿਲੀ ਹੀ ਕਹਾਂਗੇ। ਅਸਲ ਵਿੱਚ ਸਹਾਇਤਾ ਦੀ ਘਾਟ ਰਹੀ ਹੈ। ਕੈਂਡਰਿਕ ਨੇ ਕਿਹਾ, ਸਾਨੂੰ ਸਬਸਿਡੀਆਂ ਨਹੀਂ ਮਿਲਦੀਆਂ। ਉਹਨਾਂ ਕਿਹਾ ਕਿ ਇੰਟਰਸਿਟੀ ਬੱਸ ਕੈਰੀਅਰ ਜਨਤਕ ਤੌਰ ਤੇ ਫੰਡ ਕੀਤੀ ਰੇਲ ਤੇ ਟ੍ਰਾਂਜ਼ਿਟ ਪ੍ਰਣਾਲੀਆਂ ਦਾ ਵੀ ਮੁਕਾਬਲਾ ਕਰ ਰਹੇ ਨੇ, ਜਿਸ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਨੁਕਸਾਨ ਦੇ ਵਿੱਚ ਪਾਉਣਾ ਹੈ। ਓਨਟਾਰੀਓ ਸਰਕਾਰ ਨੇ ਜੁਲਾਈ ਦੇ ਵਿੱਚ ਸ਼ੁਰੂ ਹੋਣ ਵਾਲੇ ਕਮਿਊਨਿਟੀ ਬੱਸ ਉਦਯੋਗ ਨੂੰ ਨਿਯਮਤ ਕਰਨ ਦਾ ਵਾਅਦਾ ਵੀ ਕੀਤਾ ਹੈ। ਇੱਕ ਅਜਿਹੀ ਹਰਕਤ ਜਿਸ ਦੇ ਨਾਲ ਗ੍ਰੇਹਾਉਂਡ ਕੈਨੇਡਾ ਦੇ ਕੁਝ ਰੂਟਾਂ ਦਾ ਨਿਰੰਤਰਣ ਖਤਮ ਹੋ ਜਾਏਗਾ। ਗ੍ਰੇਹਾਉਂਡ ਕੈਨੇਡਾ ਦੇ ਵੱਲੋਂ ਲਏ ਸਖਤ ਫੈਸਲੇ ਦਾ ਅਸਰ ਅੱਜ ਗਾਹਕਾਂ ਤੇ ਖਾਸ ਤੌਰ ਤੇ ਰੂਰਲ ਨੈਟਵਰਕ ਤੇ ਸਵਾਰ ਲੋਕਾਂ ਤੇ ਭਾਰੀ ਅਸਰ ਪਾਏਗਾ। ਕੈਂਡਰਿਕ ਨੇ ਕਿਹਾ ਹੈ ਕਿ ਪਿਛਲੇ ਸਾਲ ਮਈ ਦੇ ਵਿੱਚ ਗ੍ਰੇਹਾਉਂਡ ਕੈਨੇਡਾ ਨੇ ਆਪਣੀ ਯਾਤਰੀ ਸੇਵਾ ਆਰਜ਼ੀ ਤੌਰ ਤੇ ਖਤਮ ਕਰਨ ਤੋਂ ਬਾਅਦ ਲਗਭਗ 260 ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਸੀ। ਸਥਾਈ ਤੌਰ ਤੇ ਬੰਦ ਹੋਣ ਦੇ ਨਤੀਜੇ ਵਜੋਂ 45 ਹੋਰ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਜਾਏਗੀ। ਉਹਨਾਂ ਦੱਸਿਆ ਕਿ ਕੰਪਨੀ ਬੱਸ ਸਟੇਸ਼ਨਾਂ ਨੂੰ ਵੇਚਣ ਦੀ ਯੋਜਨਾ ਬਣਾ ਰਹੀ ਹੈ, ਜਿਸ ਦਾ ਉਹ ਮਾਲਿਕ ਹੈ। ਇਸ ਦੀਆਂ ਕਿਰਾਏ ਤੇ ਦਿੱਤੀਆਂ ਜਾਇਦਾਦਾਂ ਦੀ ਗੱਲ ਕਰੀਏ ਤਾਂ ਕੁਝ ਸਮਝੌਤਿਆਂ ਦੀ ਮਿਆਦ ਖਤਮ ਹੋ ਗਈ ਹੈ ਜਾਂ ਇਸ ਦਾ ਆਊਟ ਕਲੌਜ਼ ਖਤਮ ਹੋ ਗਿਆ ਹੈ, ਜਦੋਂ ਕਿ ਲੀਜ਼ਾਂ ਦੀਆਂ ਸ਼ਰਤਾਂ ਦਾ ਸਨਮਾਨ ਇਹ ਜ਼ਰੂਰ ਕਰੇਗੀ, ਜਿਸ ਦਾ ਭੁਗਤਾਨ ਕਰਨਾ ਜਾਰੀ ਰੱਖੇਗੀ। ਕੰਪਨੀ ਨੇ ਕਿਹਾ ਹੈ ਵੀਰਵਾਰ ਤੋਂ ਬਾਅਦ ਟਰੈਵਲ ਟਿਕਟਾਂ ਵਾਪਸ ਕਰ ਦਿੱਤੀਆਂ ਜਾਣਗੀਆਂ। ਵੈਲਿਡ ਵਾਊਚਰ ਵਾਲੇ ਕਸਟਮਰ ਰਿਫੰਡ ਬੈਕ ਦੀ ਬੇਨਤੀ ਕਰ ਸਕਦੇ ਨੇ। ਓਨਟਾਰੀਓ ਤੇ ਕਿਊਬੈਕ ਦੇ ਸਾਰੇ ਰੂਟ ਜੋ ਮਈ 2020 ਦੇ ਵਿੱਚ ਅਸਥਾਈ ਤੌਰ ਤੇ ਮੁਅੱਤਲ ਕੀਤੇ ਗਏ ਸਨ, ਵੀਰਵਾਰ ਦੀ ਅੱਧੀ ਰਾਤ ਤੋਂ
ਪੱਕੇ ਤੌਰ ਤੇ ਖਤਮ ਕਰ ਦਿੱਤੇ ਜਾਣਗੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਕੈਨੇਡਾ ਦੇ ਕੋਲ ਵੀ ਆਪਣੀ ਵੈਕਸੀਨ ਹੋਵੇਗੀ। ਹੈਲਥ ਕੈਨੇਡਾ ਨੇ ਫਿਲਹਾਲ ਜਲਦੀ ਹੀ ਟ੍ਰਾਇਲ ਸ਼ੁਰੂ ਕਰਨ ਦੀ ਗੱਲ ਆਖੀ ਹੈ। ਤੀਜੇ ਪੜਾਅ ਦੇ ਟ੍ਰਾਇਲ ਤੋਂ ਬਾਅਦ ਉਮੀਦ ਹੈ ਕਿ ਕੈਨੇਡਾ ਦੇ ਕੋਲ ਵੀ ਆਪਣੀ ਵੈਕਸੀਨ ਜਿਹੜੀ ਹੈ ਉਹ ਹੋਵੇਗੀ। ਮਾਹਰਾਂ ਦਾ ਤਾਂ ਇਹ ਮੰਨਣਾ ਹੈ ਕਿ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ ਦੇ ਵਿੱਚ ਕਾਰਗਰ ਹੈ ਵੈਕਸੀਨ। ਸੋ ਦੇਖਦੇ ਹਾਂ ਕੀ ਕਹਿੰਦੇ ਨੇ ਤੀਜੇ ਪੜਾਅ ਦੇ ਇਹ ਨਤੀਜੇ। ਹੈਲਥ ਕੈਨੇਡਾ ਦੁਆਰਾ ਸਮੀਖਿਆ ਅਧੀਨ 14 ਕੋਵਿਡ-19 ਟੀਕੇ ਆਏ ਨੇ, ਜਿਨ੍ਹਾਂ ਵਿੱਚੋਂ ਕੁਝ ਦੇਸ਼ ਦੇ ਵਿੱਚ ਹੀ ਬਣੇ ਨੇ। ਇੱਕ ਮਾਹਰ ਦਾ ਇਹ ਕਹਿਣਾ ਹੈ ਕਿ ਅਮਰੀਕਾ ਦਾ ਸ਼ੋਟ ਇਸ ਦੇ ਅਖੀਰਲੇ ਪੜਾਅ ਤੇ ਅਜਮਾਇਸ਼ਾਂ ਦੇ ਵਿੱਚ ਬਹੁਤ ਵਧੀਆ ਵਾਅਦਿਆਂ ਨੂੰ ਦਿਖਾ ਰਿਹਾ ਹੈ। ਕਿਊਬੈਕ ਆਧਾਰਿਤ ਕੰਪਨੀ ਨੇ ਮਾਰਚ ਦੇ ਵਿੱਚ ਮਨੁੱਖੀ ਟੈਸਟਿੰਗ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ। ਇਸ ਟੀਚੇ ਦੇ ਅੰਤ ਦੇ ਵਿੱਚ ਮੁਕੰਮਲ ਹੋਣ ਦੀ ਆਸ ਰੱਖੀ। ਟੋਰਾਂਟੋ ਯੂਨੀਵਰਸਿਟੀ ਦੇ ਬਾਇਓਮੈਡੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਡਾਕਟਰ ਉਮਰ ਖਾਨ ਦਾ ਕਹਿਣਾ ਹੈ ਕਿ ਇਹ ਟੀਕਾ ਪਲਾਂਟ ਬੇਸਡ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ। ਇਸ ਵੇਲੇ ਕੈਨੇਡਾ ਦੇ ਵਿੱਚ ਵਰਤੋਂ ਅਧੀਨ ਹੈ। ਇਸ ਵੇਲੇ ਕੈਨੇਡਾ ਦੇ ਵਿੱਚ ਇਸ ਨੂੰ ਪ੍ਰਮਾਣਿਤ ਕਿਸੇ ਹੋਰ ਟੀਕੇ ਦੇ ਉਲਟ ਕੀਤਾ ਗਿਆ। ਇਸ ਦਾ ਕਾਰਨ ਇਹ ਹੈ ਕਿ ਇਹ ਇੱਕ ਵਿਸ਼ਾਣੂ ਵਰਗਾ ਕਣ ਹੈ। ਇਹ ਇੱਕ VLP ਹੈ। ਇਹ ਵਾਇਰਸ ਵਰਗਾ ਦਿਸਦਾ ਹੈ। ਇਸ ਦੇ ਬਾਹਰਲੇ ਹਿੱਸੇ ਨੇ। ਇਹ ਇੱਕ ਬਹੁਤ ਹੀ ਦਿਲਚਸਪ ਵਾਇਰਸ ਦਾ ਖੋਖਲਾ ਸੰਸਕਰਣ ਹੈ ਤੇ ਇਸ ਦੇ ਵਿੱਚ ਕੋਈ ਵੀ ਅਜਿਹਾ ਨਹੀਂ ਹੈ। ਇਸ ਲਈ ਇਹ ਸਿਰਫ ਇੱਕ ਸ਼ੈਲ ਦਿਖਾਈ ਦਿੰਦਾ ਹੈ। ਉਹਨਾਂ ਸਮਝਾਇਆ ਕਿ ਇਹ ਕੋਈ ਰੋਗਾਣੂ ਨਹੀਂ ਹੈ। ਉੱਥੇ ਜੈਨੇਟਿਕ ਜਾਣਕਾਰੀ ਬਿਲਕੁਲ ਨਹੀਂ ਹੈ। ਉੱਥੇ ਕੁਝ ਪ੍ਰੋਟੀਨ ਜੋ ਇਕੱਠੇ ਹੁੰਦੇ ਨੇ ਜੋ ਇਸ ਤਰ੍ਹਾਂ ਮਿਲਦੇ ਨੇ ਕਿ ਅਸਲ ਵਾਇਰਸ ਹੁੰਦਾ ਕੀ ਹੈ। ਉਹਨਾਂ ਦੱਸਿਆ ਕਿ ਪੜਾਅ ਬੇਸ਼ੱਕ ਦੇਰੀ ਨਾਲ ਹੈ ਪਰ ਵਧੀਆ ਚੱਲ ਰਹੇ ਨੇ ਤੇ ਜਲਦੀ ਹੀ ਉਹ ਸਮੁੱਚੇ ਨਤੀਜਿਆਂ ਨੂੰ ਵੇਖਣ ਦੀ ਉਮੀਦ ਵੀ ਕਰ ਰਹੇ ਨੇ। ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਪਲਾਂਟ ਬੇਸਡ ਟੈਕਨੋਲੋਜੀ ਹੈ ਜੋ ਇਮਿਊਨ ਸਿਸਟਮ ਦੁਆਰਾ ਆਸਾਨੀ ਦੇ ਨਾਲ ਪਛਾਣਿਆ ਜਾਂਦਾ ਹੈ ਪਰ ਪੂਰੀ ਤਰ੍ਹਾਂ ਗੈਰ ਛੂਤਕਾਰੀ ਹੈ ਤੇ ਦੁਨੀਆ ਭਰ ਦੇ ਵਿੱਚ ਬਣਾਉਣਾ ਆਸਾਨ ਹੈ। ਦੂਜੀਆਂ ਥਾਵਾਂ ਜੋ mRNA ਟੀਕੇ ਨੂੰ ਨਹੀਂ ਲਗਾ ਸਕਦੀਆਂ, ਜੇ ਉਹ ਇਸ ਦੀ ਬਜਾਏ ਬਹੁਤ ਪ੍ਰਭਾਵਸ਼ਾਲੀ VLP ਟੀਕਾ ਲਗਾ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਕੋਲ ਪਹਿਲਾਂ ਦੀ ਤਰ੍ਹਾਂ ਢਾਂਚਾ ਨਹੀਂ ਹੈ। ਇਹ ਬਹੁਤ ਵਧੀਆ ਹੈ ਕਿਉਂਕਿ ਫਿਰ ਇਹ ਲੋਕਾਂ ਨੂੰ ਵਧੇਰੇ ਸਪਲਾਈ ਦਿੰਦਾ ਹੈ ਤੇ ਇਹ ਵੱਧ ਰਹੀ ਵਿਸ਼ਵ ਵਿਆਪੀ ਸੰਖਿਆ ਨੂੰ ਰੋਕਣ ਦੇ ਵਿੱਚ ਸਾਡੀ ਮਦਦ ਕਰ ਸਕਦਾ ਹੈ। ਸੋ ਜੇ ਇਹ ਮਨਜ਼ੂਰ ਹੋ ਜਾਂਦਾ ਹੈ, ਮੈਰੀਕੈਗੋ ਤੋਂ ਉਮੀਦ ਹੈ ਕਿ ਹਰ ਸਾਲ ਇਸ ਦੇ ਟੀਕੇ ਦੀਆਂ 80 ਮਿਲੀਅਨ ਖੁਰਾਕਾਂ ਤਿਆਰ ਕਰਨ ਦੇ ਯੋਗ ਹੋਣਗੀਆਂ। ਇਹ ਸੰਖਿਆ 1 ਅਰਬ ਖੁਰਾਕਾਂ ਤੱਕ ਜਾਂਦੀ ਹੈ। ਇੱਕ ਵਾਰ ਜਦੋਂ ਇਸ ਦੇ ਵੱਡੇ ਪੈਮਾਨੇ ਦੀ ਫੈਕਟਰੀ 2023 ਦੇ ਵਿੱਚ ਪੂਰੀ ਹੋ ਜਾਂਦੀ ਹੈ, ਮੈਰੀਕੈਗੋ ਦੀ ਟੀਕੇ ਦੀ ਉਮੀਦਵਾਰ GlaxoSmithKline ਦੀ ਭਾਈਵਾਲੀ ਦੇ ਵਿੱਚ ਬਣਾਇਆ ਗਿਆ। ਹੈਲਥ ਕੈਨੇਡਾ ਨੇ ਅਪ੍ਰੈਲ ਦੇ ਵਿੱਚ ਸਮੀਖਿਆ ਲਈ ਮੈਰੀਕੈਗੋ ਦੇ ਟੀਕੇ ਦਾਖਲ ਕਰਨ ਦਾ ਪਹਿਲਾ ਹਿੱਸਾ ਪ੍ਰਾਪਤ ਕੀਤਾ ਸੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। CDC ਨੇ ਵੀਰਵਾਰ ਨੂੰ ਸਲਾਹ ਦਿੱਤੀ ਹੈ ਕਿ ਕੋਵਿਡ-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕੇ ਲਗਾਏ ਗਏ ਲੋਕਾਂ ਨੂੰ ਬਾਹਰ ਹੁਣ ਮਾਸਕ ਨਾ ਪਾਉਣ ਦੀ ਜਿਹੜੀ ਹੈ ਉਹ ਆਜ਼ਾਦੀ ਮਿਲ ਗਈ ਹੈ ਤੇ ਜ਼ਿਆਦਾਤਰ ਥਾਵਾਂ ਦੇ ਉੱਤੇ ਇੰਡੋਰ ਵੀ ਮਾਸਕ ਪਾਉਣ ਦੀ ਲੋੜ ਨਹੀਂ ਹੋਵੇਗੀ। ਅਪਡੇਟ ਗਾਈਡਲਾਈਨਸ ਦੇ ਮੁਤਾਬਕ ਏਜੰਸੀ ਨੇ ਕਿਹਾ ਹੈ ਕਿ ਜ਼ਿੰਦਗੀ ਆਮ ਦੀ ਤਰ੍ਹਾਂ ਵਾਪਸ ਆਉਣ ਦੀ ਜਿਹੜੀ ਆਗਿਆ ਹੈ ਉਹ ਦੇਵੇਗੀ। CDC ਨੇ ਇਹ ਵੀ ਕਿਹਾ ਹੈ ਕਿ ਪੂਰੀ ਤਰ੍ਹਾਂ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਬਹੁਤੀਆਂ ਥਾਵਾਂ ਤੇ ਸਰੀਰਕ ਤੌਰ ਤੇ ਦੂਰੀ ਬਣਾਉਣ ਦੀ ਲੋੜ ਨਹੀਂ ਪਵੇਗੀ। ਏਜੰਸੀ ਨੇ ਇਹ ਉਮੀਦ ਵੀ ਜਤਾਈ ਹੈ ਕਿ ਇਹ ਮਾਰਗਦਰਸ਼ਨ ਵਧੇਰੇ ਅਮਰੀਕੀਆਂ ਨੂੰ ਟੀਕਾ ਲਗਵਾਉਣ ਦੇ ਲਈ ਉਤਸ਼ਾਹਿਤ ਕਰੇਗਾ। ਇਹ ਕੋਵਿਡ ਤੋਂ ਪਹਿਲਾਂ ਵਰਗੀ ਜ਼ਿੰਦਗੀ ਦੇ ਵਿੱਚ ਪਰਤਣ ਲਈ ਇੱਕ ਵੱਡਾ ਜਿਹੜਾ ਉਹ ਕਦਮ ਕਿਹਾ ਜਾ ਸਕਦਾ ਹੈ। ਪਰ ਨਾਲ ਹੀ ਏਜੰਸੀ ਇਹ ਵੀ ਤਾਕੀਦ ਕਰਦੀ ਹੈ ਕਿ ਵੈਕਸੀਨੇਟਿਡ ਲੋਕ ਜਿਹੜੇ ਨੇ ਉਹ ਪਲੇਨਸ ਦੇ ਵਿੱਚ, ਟ੍ਰੇਨਾਂ, 에ਅਰਪੋਰਟ ਔਰ ਟ੍ਰਾਂਜ਼ਿਟ ਬੱਸਾਂ ਜਿਹੜੀਆਂ ਨੇ, ਮਾਸ ਟ੍ਰਾਂਜ਼ਿਟ ਤੇ ਹਸਪਤਾਲ ਜਾਂ ਫਿਰ ਡਾਕਟਰਾਂ ਦੇ ਦਫ਼ਤਰ ਜਦੋਂ ਜਾਂਦੇ ਨੇ ਤਾਂ ਉੱਥੇ ਜਿਹੜੇ ਨੇ ਅਜੇ ਉਹ ਮਾਸਕ ਜ਼ਰੂਰ ਪਾਈ ਰੱਖਣ। ਇਸ ਤੋਂ ਇਲਾਵਾ ਸੰਘੀ, ਸਟੇਟ, ਲੋਕਲ ਤੇ ਟੈਰੀਟਰੀਜ਼ ਕਾਨੂੰਨਾਂ ਦੇ ਦੁਆਰਾ ਲੋੜੀਂਦਾ ਹੋਵੇ ਤਾਂ ਸਥਾਨਕ ਕਾਰੋਬਾਰਾਂ ਤੇ ਕੰਮ ਵਾਲੀ ਥਾਂ ਤੋਂ ਇਲਾਵਾ ਇਸ ਤਰ੍ਹਾਂ ਦੇ ਨਿਯਮਾਂ ਦੇ ਉੱਤੇ ਕਾਨੂੰਨਾਂ ਦੀ ਜਿਹੜੀ ਪਾਲਣਾ ਉਹ ਜ਼ਰੂਰ ਕੀਤੀ ਜਾਵੇ। ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਦੇ ਵਿੱਚ ਉਹ ਹਾਲ ਬਣੇ ਹੋਏ ਸੀ। ਅਮਰੀਕਾ ਨੂੰ ਫਿਲਹਾਲ ਜਿਹੜਾ ਹੈ ਕੋਵਿਡ ਦਾ ਕੇਂਦਰ ਮੰਨਿਆ ਜਾ ਰਿਹਾ ਸੀਗਾ, ਜਿਹੜੇ ਹਾਲਾਤ ਬਣੇ ਹੋਏ ਸੀ। ਪਰ ਹੁਣ ਜੇ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਨਿਕਲ ਰਿਹਾ ਤਾਂ ਵਾਕਈ ਹੀ ਵੱਡੀ ਗੱਲ ਹੈ। ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਜਿਹੜੀ ਹੈ ਉਹ ਮਿਲਣ ਦੇ ਕਾਰਨ ਹੀ ਇਹ ਆਜ਼ਾਦੀ ਮਿਲ ਰਹੀ ਹੈ ਕਿ ਜਿਹੜੇ ਲੋਕ ਪੂਰੀ ਤਰ੍ਹਾਂ ਜਿਨ੍ਹਾਂ ਦੀ ਪਹਿਲੀ ਡੋਜ਼, ਦੂਜੀ ਡੋਜ਼ ਹੈ ਉਹ ਕੰਪਲੀਟ ਹੋ ਚੁੱਕੀ ਹੈ ਤਾਂ ਉਹ ਲੋਕ ਜਿਹੜੇ ਨੇ ਉਹ ਮਾਸਕ ਤੋਂ ਫਿਲਹਾਲ ਜਿਹੜੀ ਹੈ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ। ਬਾਹਰ ਜਿਹੜੀਆਂ ਜਨਤਕ ਥਾਵਾਂ ਨੇ ਜਾਂ ਇੰਡੋਰ ਨੇ ਉਹਨਾਂ ਦੇ ਉੱਤੇ ਐਟਲੀਸਟ ਜਿਹੜੇ ਉਹ ਜਾਣਗੇ ਤਾਂ ਮਾਸਕ ਉਹਨਾਂ ਨੂੰ ਨਹੀਂ ਜਿਹੜੀ ਪਾਉਣ ਦੀ ਕੋਈ ਬੰਦਿਸ਼ ਜਿਹੜੀ ਇੱਦਾਂ ਦੀ ਨਹੀਂ ਹੋਏਗੀ। ਉਹ ਮਾਸਕ ਆਪਣਾ ਉਤਾਰ ਵੀ ਸਕਦੇ ਨੇ। ਸੋ ਇੱਕ ਵੱਡੀ ਗੱਲ ਕਹੀ ਜਾ ਸਕਦੀ ਹੈ ਤੇ ਵੱਡਾ ਕਦਮ ਕਿਹਾ ਜਾ ਸਕਦਾ ਹੈ। ਚੈਨਲ ਪੰਜਾਬੀ ਤੇ ਜਲਦੀ ਹੀ ਤੁਸੀਂ ਦੇਖ ਸਕਦੇ ਹੋ ਨਵਾਂ ਸ਼ੋਅ ਕੋਰਸ ਕਾਰਨਰ, ਜਿਸ ਤੇ ਆਮ ਮੁੱਦੇ ਜ਼ਿਆਦਾਤਰ ਜਿਹੜੇ ਲੋਕਾਂ ਦੇ ਵੱਲੋਂ ਨਹੀਂ ਚੁੱਕੇ ਜਾਂਦੇ ਉਹਨਾਂ ਤੇ ਡਿਸਕਸ਼ਨ ਹੁੰਦੀ ਹੈ ਤੇ ਉਹਨਾਂ ਸੰਬੰਧੀ ਪੂਰੀ ਤਰ੍ਹਾਂ ਗੱਲਬਾਤ ਕੀਤੀ ਜਾਏਗੀ। ਹਰ ਕਮਿਊਨਿਟੀ ਦੇ ਨਾਲ ਜੁੜੇ ਮੁੱਦੇ ਦੇ ਉੱਤੇ, ਸਮਾਜ ਦੇ ਨਾਲ ਜੁੜੇ ਮੁੱਦਿਆਂ ਦੇ ਉੱਤੇ ਜਿਹੜੀ ਹੈ ਖੁੱਲ੍ਹ ਕੇ ਹੋਵੇਗੀ ਵਿਚਾਰ ਚਰਚਾ। ਆਓ ਸੁਣਦੇ ਹਾਂ ਹੋਸਟਾਂ ਤੋਂ ਕਿ ਇਸ ਸ਼ੋਅ ਨੂੰ ਸ਼ੁਰੂ ਕਰਨ ਦਾ ਮਕਸਦ ਆਖਿਰਕਾਰ ਕੀ ਹੈ।
ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਸੋ ਚੈਨਲ ਪੰਜਾਬੀ ਤੇ ਜਲਦੀ ਹੀ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ ਉਹ ਹੈ ਜਿਹਦੀ ਡਿਮਾਂਡ ਵੀ ਸੀਗੀ, ਕਿਉਂਕਿ ਯਕੀਨਨ ਬਹੁਤ ਸਾਰੇ ਮੁੱਦੇ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਲੋਕ ਬੋਲਣਾ ਪਸੰਦ ਨਹੀਂ ਕਰਦੇ ਜਾਂ ਫਿਰ ਖੁੱਲ੍ਹ ਕੇ ਬੋਲਣ ਤੋਂ ਡਰ ਜਾਂਦੇ ਨੇ। ਇਸ ਸ਼ੋਅ ਦਾ ਸਿਰਫ ਮਕਸਦ ਇਹ ਹੈ ਕਿ ਅਜਿਹੇ ਮੁੱਦਿਆਂ ਨੂੰ ਚੁੱਕਿਆ ਜਾਏ, ਉਹਨਾਂ ਤੇ ਗੱਲਬਾਤ ਖੁੱਲ੍ਹ ਕੇ ਕੀਤੀ ਜਾਏ। ਸੋ ਸ਼ੋਅ ਦੀ ਟੀਮ ਸਾਰੀ ਸਾਡੇ ਨਾਲ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਵੈਸੇ ਤੁਹਾਡੀ ਟੀ-ਸ਼ਰਟਸ ਦੇ ਉੱਤੇ ਨਾਮ ਲਿਖਿਆ ਹੋਇਆ ਖੋਰਸ ਕਾਰਨਰ। ਸੋ ਸ਼ੋਅ ਜਦੋਂ ਸ਼ੁਰੂ ਕਰਨਾ ਸੀਗਾ, ਤੁਸੀਂ ਸਾਰਿਆਂ ਨੇ ਜਦੋਂ ਇਸ ਥੀਮ ਨੂੰ ਚੁਣਿਆ ਤਾਂ ਇਸ ਥੀਮ ਨੂੰ ਚੁਣਨ ਪਿੱਛੇ ਤੁਹਾਡਾ ਮਕਸਦ ਕੀ ਸੀਗਾ? ਵੈਲ ਸਾਨੂੰ ਲੱਗਾ ਕਿ ਜਿਹੜਾ ਕੋਰ ਦਾ ਨਾਂ ਆ ਉਹ ਇਕੁਐਲਿਟੀ ਪੇਸ਼ ਕਰਦਾ, ਰਾਈਟ? ਸੋ ਸਾਨੂੰ ਲੱਗਾ ਕਿ ਜੇ ਅਸੀਂ ਸਾਰੇ ਸਾਡਾ ਲਾਸਟ ਨੇਮ ਨਾ ਕੋਰ ਯੂਜ਼ ਕਰੀਏ ਇਸ ਸ਼ੋਅ ਤੇ, ਸੋ ਇਟ ਸ਼ੋਜ਼ ਅਸੀਂ ਸਾਰੇ ਬਰਾਬਰ ਆ। ਸੋ ਕੋਰ ਕਾਰਨਰਸ ਹੈ ਨਾ, ਸੋ ਇਹ ਸਾਰੀਆਂ ਕੋਰਸ ਇੱਥੇ ਨੇ। ਜਦੋਂ ਕੋਰ ਕਾਰਨਰ ਨਾਮ ਚੁਣਨਾ ਸੀ, ਕਈ ਵਾਰੀ ਇਦਾਂ ਹੁੰਦਾ ਵੀ ਨਾਮ ਨੂੰ ਲੈ ਕੇ ਥੋੜੀ ਬਹੁਤ ਕਨਫਿਊਜ਼ਨ ਹੁੰਦੀ ਹੈ ਵੀ ਆਪਾਂ ਇਹ ਚੂਜ਼ ਕਰੀਏ, ਇਦਾਂ ਦੀ ਕੁਝ ਹੋਈ ਸੀ ਤੁਹਾਡੇ ਵਿੱਚ? ਨਹੀਂ, ਆਈ ਥਿੰਕ ਆ ਜਿਹੜਾ ਨਾਂ ਸੀ ਸਾਰਿਆਂ ਨੂੰ ਇੱਕਦਮ ਪਸੰਦ ਆਇਆ ਆ, ਪਰ ਆਈ ਥਿੰਕ ਥੋੜੀ ਜਿਹੀ ਕਨਫਿਊਜ਼ਨ ਹੋਈ ਕਿਉਂਕਿ ਅਸੀਂ ਕਹਿੰਦੇ ਰਹਿੰਦੇ ਆ ਲੋਕ ਕੀ ਕਹਿਣਗੇ। ਸੋ ਉਹਦੇ ਬਾਰੇ ਦੋਨਾਂ ਦੇ ਵਿੱਚ ਸਾਡਾ ਡਿਸੀਜਨ ਸੀਗਾ ਕਿ ਲੋਕ ਕੀ ਕਹਿਣਗੇ ਜਾਂ ਕੋਰਸ ਕਾਰਨਰ। ਸੋ ਕੀ ਲੱਗਦਾ ਹੁਣ ਲੋਕ ਸ਼ੋਅ ਦੇਖ ਕੇ ਕੀ ਕਹਿਣਗੇ? ਲੋਕੀ ਕਹਿਣਗੇ ਕੀ ਹੋ ਰਿਹਾ, ਪਰ ਇਹਦੀ ਬਹੁਤ ਜ਼ਰੂਰਤ ਸੀ। ਸੋ ਲੋਕੀ ਸਾਰੇ ਬਹੁਤ ਖੁਸ਼ ਹੋਣਗੇ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਐਡਰੈਸ ਕਰ ਰਹੇ ਹਾਂ ਜਿਹੜੇ ਮੁੱਦਿਆਂ ਲਈ ਸਾਰੀ ਦੁਨੀਆ ਸੋ ਫਾਰ ਹਸ਼ ਸੀਗੀ ਕਿ ਵੀ ਇਸ ਬਾਰੇ ਅਸੀਂ ਗੱਲ ਨਹੀਂ ਕਰਨੀ, ਇਹਨੂੰ ਅੰਡਰ ਦਾ ਰਗ ਸ਼ਵ ਕਰ ਦਿਓ, ਇਹ ਟੌਪਿਕਸ ਡਿਸਕਸ ਨਹੀਂ ਕਰਨੇ ਪਬਲਿਕਲੀ। ਤੇ ਅਸੀਂ ਉਹ ਸਾਰੇ ਮੁੱਦੇ ਲੈ ਕੇ ਆ ਰਹੇ ਹਾਂ ਜਿਹੜੇ ਹਜੇ ਤੱਕ ਅੰਡਰ ਦਾ ਰਗ ਸੀਗੇ। ਸੋ ਤੁਹਾਡੇ ਵਿੱਚੋਂ ਕੁਝ ਟੀਚਰਸ ਵੀ ਨੇ, ਆਈ ਥਿੰਕ ਤੁਸੀਂ ਵੀ ਟੀਚਰ ਹੋ, ਤੁਸੀਂ ਵੀ ਰਾਈਟ? ਸੋ ਤੁਸੀਂ ਇੱਕ ਟੀਚਰ ਹੋ, ਜਦੋਂ ਤੁਸੀਂ ਸਟੱਡੀ ਵੀ ਕਰਵਾਉਂਦੇ ਹੋ ਇੱਥੇ ਸਕੂਲਾਂ ਦੇ ਵਿੱਚ, ਤੇ ਯਕੀਨਨ ਬਹੁਤ ਸਾਰੇ ਇਸ਼ੂ ਇੱਦਾਂ ਦੇ ਹੁੰਦੇ ਜਿਹੜੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨਾਲ ਡਿਸਕਸ ਨਹੀਂ ਕੀਤੇ ਜਾਂਦੇ। ਔਰ ਜਦੋਂ ਕਮਿਊਨਿਟੀ ਦੀ ਗੱਲ ਆਉਂਦੀ ਹੈ ਤਾਂ ਕਮਿਊਨਿਟੀ ਨੂੰ ਜ਼ਰੂਰਤ ਹੁੰਦੀ ਕਿ ਇੱਕ ਅਵੇਅਰਨੈਸ ਜਿਹੜੀ ਹੈ ਉਹ ਸਾਰਿਆਂ ਦੇ ਵਿੱਚ ਆਉਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਸ਼ੋਅ ਜਿਹੜਾ ਹੈ ਉਹ ਉਸ ਤਰ੍ਹਾਂ ਦਾ ਮੈਸੇਜ ਜਿਹੜਾ ਉਹ ਕਨਵੇ ਕਰੇਗਾ ਜਿਹਨੂੰ ਬੱਚੇ ਵੀ ਦੇਖ ਸਕਦੇ ਨੇ ਤੇ ਸੁਣ ਵੀ ਸਕਦੇ ਨੇ? ਬਿਲਕੁਲ, ਇਹ ਜਿਹੜੀਆਂ ਪ੍ਰੋਬਲਮ ਹੈਗੀਆਂ ਆ ਸਕੂਲਾਂ ਦੇ ਵਿੱਚ ਆ ਰਹੀਆਂ ਆ, ਮੈਂ ਆਪਣੇ ਨਿਆਣਿਆਂ ਨਾਲ ਗੱਲਾਂ ਕਰਦੀ ਹਾਂ ਇਸ ਗੱਲਾਂ ਦੇ ਬਾਰੇ, ਤਾਂ ਹੀ ਮੈਂ ਹੁਣ ਜਦੋਂ ਕਾਫੀ ਪੈਸ਼ਨੇਟ ਹੋ ਰਹੀ ਹਾਂ ਕਿ ਇਹ ਸ਼ੋਅ ਦੂਸਰਿਆਂ ਨੂੰ ਵੀ ਹੈਲਪ ਕਰੂਗਾ, ਨਿਆਣਿਆਂ ਨੂੰ ਡੈਫੀਨੇਟਲੀ ਹੈਲਪ ਕਰੂਗਾ। ਸੋ ਮੁੱਦਿਆਂ ਦੀ ਅਸੀਂ ਗੱਲ ਕਰਦੇ ਹਾਂ, ਕਿਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਉਹ ਚੁੱਕੇ ਜਾ ਰਹੇ ਨੇ ਇਸ ਸ਼ੋਅ ਦੇ ਵਿੱਚ। ਯਕੀਨਨ ਅਸੀਂ ਗੱਲ ਕਰਦੇ ਹਾਂ ਵੀ ਲੋਕ ਕੀ ਕਹਿਣਗੇ। ਸੋ ਲੋਕ ਜਦੋਂ ਸ਼ੋਅ ਵੀ ਦੇਖਣਗੇ ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਕੁਛ ਤਾਂ ਆਏਗਾ। ਤੁਹਾਨੂੰ ਕੀ ਲੱਗਦਾ, ਪੋਜ਼ਿਟਿਵ ਆਏਗਾ ਜਾਂ ਨੈਗੇਟਿਵ ਆਏਗਾ? ਆਈ ਥਿੰਕ ਇਨ ਮਾਈ ਓਪੀਨੀਅਨ ਜਿਨ੍ਹਾਂ ਦੇ ਨਾਲ ਮੈਂ ਗੱਲ ਕੀਤੀ ਉਹ ਪੋਜ਼ਿਟਿਵ ਸੋਚ ਰਹੇ ਆ। ਕੀ ਪਤਾ ਹੋ ਵੀ ਸਕਦਾ ਨੈਗੇਟਿਵ ਲੋਕ ਤਾਂ ਹੈਗੇ ਹਮੇਸ਼ਾ, ਪਰ ਇੱਦਾਂ ਹੈ ਕਿ ਜਿਨ੍ਹਾਂ ਨੂੰ ਨਹੀਂ ਗੱਲ ਕਰਨਾ ਚਾਹੁੰਦੇ ਆਪਾਂ ਉਹਨਾਂ ਲਈ ਗੱਲ ਕਰ ਰਹੇ ਹਾਂ। ਯਾ ਸੋ ਬੇਸਿਕਲੀ ਇਹ ਹੈ ਵੀ ਜਦੋਂ ਲੋਕਾਂ ਦੀ ਸੋਚ ਕੁਝ ਵੀ ਕਵੇ ਹੈ ਨਾ, ਤੇ ਜਦੋਂ ਨਾ ਵਿੱਚ ਆ ਹੀ ਗਿਆ ਕਿ ਲੋਕ ਕੀ ਕਹਿਣਗੇ, ਫਿਰ ਤਾਂ ਲੋਕਾਂ ਦੀ ਪਰਵਾਹ ਕੀ ਕਰਨੀ ਹੈ। ਐਨੀਵੇ, ਜਦੋਂ ਟੌਪਿਕ ਚੁਣੇ ਗਏ, ਕਈ ਵਾਰੀ ਇੱਦਾਂ ਹੋ ਜਾਂਦਾ ਕਿ ਜਦੋਂ ਬਹੁਤ ਸਾਰੀਆਂ ਕੁੜੀਆਂ ਜਾਂ ਫੀਮੇਲਸ ਜਦੋਂ ਸਾਹਮਣੇ ਆਉਂਦੀਆਂ ਨੇ ਤੇ ਖੁੱਲ੍ਹ ਕੇ ਜਦੋਂ ਕਿਸੇ ਵੀ ਟੌਪਿਕ ਦੇ ਉੱਤੇ ਵਿਚਾਰ ਕਰਦੀਆਂ ਨੇ, ਉਦੋਂ ਕਈ ਲੋਕਾਂ ਨੂੰ ਬੜਾ ਹੋ ਜਾਂਦਾ ਜਿਹੜੇ ਸ਼ਾਇਦ ਇਹ ਸਮਝਦੇ ਨੇ ਕਿ ਇਸ ਟੌਪਿਕ ਤੋਂ ਕੀ ਲੈਣਾ ਦੇਣਾ, ਜਾਂ ਇਹ ਕੁੜੀਆਂ ਨੇ ਇਹਨਾਂ ਨੂੰ ਕਰਨ ਦੀ ਕੀ ਲੋੜ ਹੈ। ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਵੀ ਇੱਦਾਂ ਦੇ ਲੋਕ ਨੇ। ਸੋ ਤੁਹਾਨੂੰ ਲੱਗਦਾ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਫੇਸ ਕਰਨੀਆਂ ਪੈਣਗੀਆਂ? ਤਿਆਰ ਹੋ ਉਹਨਾਂ ਚੀਜ਼ਾਂ ਲਈ? ਅਸੀਂ ਤਾਂ ਪੂਰੇ ਤਿਆਰ ਆ, ਬਿਕਾਜ਼ ਹੋਊਗਾ ਜ਼ਰੂਰ, ਸਾਨੂੰ ਇਹ ਤਾਂ ਪਤਾ ਆ। ਪਰ ਸਾਨੂੰ ਇਹ ਵੀ ਪਤਾ ਕਿ ਸਾਡੇ ਤੋਂ ਪਹਿਲਾਂ ਤੁਹਾਡੇ ਵਰਗੀਆਂ ਔਰਤਾਂ ਆਈਆਂ, ਸੁਖੀ ਵਰਗੀਆਂ ਔਰਤਾਂ ਜਿਨ੍ਹਾਂ ਨੇ ਆਲਰੇਡੀ ਐਸਟੈਬਲਿਸ਼ ਕਰ ਲਿਆ। ਸੋ ਸਾਨੂੰ ਕੋਈ ਕੁਛ ਕਹਿ ਹੀ ਨਹੀਂ ਸਕਦਾ। ਸੋ ਫਿਰ ਕਿਵੇਂ ਦਾ ਖੜਕਾ ਦੜਕਾ ਕਰਨਾ? ਓ ਮਾਈ ਗੁੱਡਨੈਸ, ਆਈ ਨੋ। ਯੈਸ, ਪਲੀਜ਼ ਇੱਥੇ ਨੀਨਾ ਨੂੰ। ਨੀਨਾ ਤੁਹਾਡੇ ਵੱਲੋਂ ਬਹੁਤ ਕਿਹਾ ਜਾ ਰਿਹਾ, ਕਿਹੜੇ ਖੜਕੇ ਦੜਕੇ ਦੀ ਤਿਆਰੀ ਕੀਤੀ ਹੋਈ ਆ? ਕੀ ਤੁਸੀਂ ਦੁਨੀਆ ਨੂੰ ਦਿਖਾਉਣ ਜਾ ਰਹੇ ਹੋ, ਕੀ ਸੁਣਾਉਣ ਜਾ ਰਹੇ ਹੋ, ਕਿਹੜੇ ਟੌਪਿਕ ਲਿਆ ਰਹੇ ਹੋ? ਟੌਪਿਕ ਅਸੀਂ ਕਈ ਸਾਰੇ ਲੈ ਕੇ ਆ ਰਹੇ ਹਾਂ ਐਂਡ ਸਾਡਾ ਮਕਸਦ ਖੜਕਾ ਦੜਕਾ ਨਹੀਂ ਹੈ। ਸਾਡਾ ਮਕਸਦ ਜਿਹੜਾ ਹੈ ਉਹ ਇੱਕ ਰਿਪਲ ਕਾਜ਼ ਕਰਨਾ ਹੈ। ਰਿਪਲ ਇਨ ਦਾ ਸੈਂਸ ਕਿ ਹਰ ਸੁਸਾਇਟੀ ਵਿੱਚ ਕੁਝ ਇਹੋ ਜਿਹੇ ਲੋਕ ਹੁੰਦੇ ਜਿਨ੍ਹਾਂ ਨੂੰ ਮੋਰੀ ਬਣਨਾ ਪੈਂਦਾ ਉਹਨਾਂ ਚੀਜ਼ਾਂ ਜਿਨ੍ਹਾਂ ਨੂੰ ਕੋਈ ਅਟੈਂਡ ਨਹੀਂ ਕਰਨਾ ਪੈਂਦਾ। ਆਈ ਕਾਲ ਇਟ ਸਟੈਪਿੰਗ ਟੂ ਦ ਪਲੇਟ। ਕਿਸੇ ਨਾ ਕਿਸੇ ਨੂੰ ਘਰ 'ਚ ਵੀ ਇੱਕ ਦੂਜੇ ਦੇ ਲਈ ਸਟੈਪ ਅਪ ਕਰਨਾ ਪੈਂਦਾ। ਸੋ ਅਸੀਂ ਸਾਰਿਆਂ ਨੇ ਇੱਕ ਤਰੀਕੇ ਨਾਲ ਸਟੈਪ ਅਪ ਕਰਨ ਦਾ ਡਿਸੀਜਨ ਚੁੱਕਿਆ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਚੱਕਾਂਗੇ। ਵੀ ਆਰ ਦ ਟੋਰਚ ਬੇਅਰਰਸ। ਅਸੀਂ ਅੱਗੇ ਵਧਾਂਗੇ ਵਾਈਲ ਐਵਰੀਬਡੀ ਇਜ਼ ਸਟਿਲ ਡਿਸਕਸਿੰਗ ਇਟ ਐਂਡ ਕੀਪਿੰਗ ਹਸ਼ ਅਬਾਊਟ ਇਟ। ਸੋ ਸਾਡਾ ਮਕਸਦ ਹੈ ਕਿ ਅਸੀਂ ਰਿਪਲ ਕਾਜ਼ ਕਰੀਏ, ਅਵੇਅਰਨੈਸ ਪੈਦਾ ਕਰੀਏ, ਜਿਹੜੀ ਇੱਕ ਔਕਵਰਡ ਫੀਲਿੰਗ ਆਉਂਦੀ ਹੈ ਇਹਨੂੰ ਖਤਮ ਕਰੀਏ ਕਿ ਕੋਈ ਵੀ ਮੁੱਦਾ ਜਿਹੜਾ ਹੈ ਉਹ ਅਸੀਂ ਫੈਮਿਲੀ 'ਚ, ਫਰੈਂਡਸ, ਸੁਸਾਇਟੀ ਵਿੱਚ ਖੁੱਲ੍ਹੇਆਮ ਡਿਸਕਸ ਕਰ ਸਕਦੇ ਹੋਈਏ। ਹਾਂਜੀ, ਟੌਪਿਕ ਜਦੋਂ ਚੱਲਣੇ ਆ ਯਕੀਨਨ ਲੋਕਾਂ ਨੂੰ ਸਮਝ ਆਉਣੀ ਵੀ ਜ਼ਰੂਰੀ ਹੈ, ਤੇ ਲੋਕ ਜਿਹੜੇ ਨੇ ਉਹ ਇਸ ਲਈ ਸ਼ਾਇਦ ਬਹੁਤ ਸਾਰੀਆਂ ਗੱਲਾਂ ਵੀ ਕਰਨਗੇ, ਚੰਗੀਆਂ ਵੀ ਤੇ ਮਾੜੀਆਂ ਵੀ। ਜਦੋਂ ਚੰਗੀਆਂ ਗੱਲਾਂ ਹੋਣਗੀਆਂ, ਡਿਮਾਂਡ ਹੋਏਗੀ ਵੀ ਇਹਨਾਂ ਟੌਪਿਕਸ 'ਤੇ ਵੀ ਗੱਲ ਕੀਤੀ ਜਾਏ, ਤਾਂ ਤੁਸੀਂ ਤਿਆਰ ਹੋ ਵੀ ਮੁੱਦਾ ਚਾਹੇ ਕੋਈ ਵੀ ਹੋਵੇ ਅਸੀਂ ਉਹ ਚੁੱਕਾਂਗੇ? ਬਿਲਕੁਲ, ਕਿਸੇ ਆਪਾਂ ਨੂੰ ਜਿੱਥੇ ਨਾਇੰਸਾਫੀ ਹੈਗੀ ਆ ਉੱਥੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ। ਤੁਹਾਨੂੰ
ਲੱਗਦਾ ਵੀ ਇਦਾਂ ਦੇ ਸ਼ੋਅ ਦੀ ਇੱਕ ਲੋੜ ਵੀ ਸੀਗੀ ਵੀ ਕਮਿਊਨਿਟੀ ਦੇ ਵਿੱਚ ਇੱਥੇ ਪੰਜਾਬੀ ਜਿਹੜੇ ਚੈਨਲਸ ਨੇ ਉਹਨਾਂ ਦੇ ਵਿੱਚ ਇਦਾਂ ਦੇ ਸ਼ੋਅ ਆਣੇ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਬੜੇ ਹੋਰ ਰਾਵਾਂ ਤੇ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਅਵੇਅਰ ਕੀਤਾ ਜਾਏ ਲੋੜ ਮਹਿਸੂਸ ਕਰ ਰਹੇ ਸੀ ਬਿਲਕੁਲ ਤਾਂ ਹੀ ਅਸੀਂ ਕਰ ਰਹੇ ਹਾਂ ਨਹੀਂ ਤਾਂ ਆਪਾਂ ਦੂਸਰੇ ਲੋਕਾਂ ਨੂੰ ਵੀ ਪੁੱਛਿਆ ਜਿਸ ਤੁਸੀਂ ਕਰਨਾ ਚਾਹੁੰਦੇ ਆ ਪਰ ਕਈ ਲੋਕੀ ਹੈਗੇ ਨਹੀਂ ਤਿਆਰ ਰਾਈਟ ਆਪ ਅਗੇਨ ਡਰਦੇ ਆ ਐਗਜ਼ੈਕਟਲੀ ਸੋ ਮੈਂ ਵੀ ਡਰਨ ਵਾਲੀ ਸੀਗੀ ਪਰ ਮੈਂ ਇਸ ਕੁੜੀਆਂ ਦੇ ਨਾਲ ਆ ਇਹਨਾਂ ਦੇ ਇਕੱਠਿਆਂ ਆਪਾਂ ਤਾਕਤ ਹੈਗੀ ਆ ਜਦੋਂ ਆਪਾਂ ਇਕੱਠੇ ਹੁੰਨੇ ਆ ਇਕੱਲੀ ਤਾਂ ਮੈਂ ਕਰ ਨਹੀਂ ਸਕਦੀ ਬਿਲਕੁਲ ਸੋ ਇਹਨਾਂ ਦੀ ਸਪੋਰਟ ਨਾ ਹੁੰਦੀ ਮੈਂ ਕਿੱਥੇ ਕਰ ਸਕਦੀ ਸੀ ਰਾਈਟ ਬਿਲਕੁਲ ਸੋ ਬਹੁਤ ਸਾਰੀਆਂ ਇਹਨਾਂ ਦੇ ਗੱਲਾਂ ਕਹੀਆਂ ਔਰ ਸ਼ੋਅ ਦਾ ਬੇਸਿਕ ਜਿਹੜਾ ਮਕਸਦ ਹੈ ਉਹ ਤੁਹਾਨੂੰ ਸਮਝ ਵੀ ਆ ਗਿਆ ਹੋਵੇਗਾ ਮੈਂ ਚਾਹਾਂਗੀ ਹੁਣ ਤੁਸੀਂ ਸਾਰੇ ਮਾਈਕ ਫੜੋ ਤੇ ਐਂਡ ਦੇ ਉੱਤੇ ਆਪਣੇ ਸ਼ੋਅ ਦੀ ਜਿਹੜੀ ਹੈ ਨਾਮ ਪ੍ਰੋਪਰ ਉਹਦੀ ਟਾਈਮਿੰਗ ਕਿਸ ਦਿਨ ਔਨ 에ਅਰ ਕਰ ਰਹੇ ਹੋ ਉਹ ਸਾਰੀਆਂ ਚੀਜ਼ਾਂ ਤੁਸੀਂ ਦੱਸੋ ਲੋ ਜੀ ਪਲੀਜ਼ Alright, so ਸਾਡਾ ਸ਼ੋਅ ਕੋਰਸ ਕੋਰਨਰ ਸ਼ੁਰੂ ਹੋ ਰਿਹਾ ਸਾਡਾ ਫਰਸਟ ਐਪੀਸੋਡ Saturday, May 15th at 7 p.m. ਸੋ ਵਾਕਈ ਬਿਲਕੁਲ ਦੇਖਣਾ ਨਾ ਭੁੱਲਣਾ ਹੁਣ ਇਹਨਾਂ ਦਾ ਸ਼ੋਅ ਕਿਉਂਕਿ ਦੇਖਣ ਤੋਂ ਬਾਅਦ ਤੁਹਾਡਾ ਨਜ਼ਰੀਆ ਬਦਲੇਗਾ ਸਮਾਜ ਦੇ ਪ੍ਰਤੀ ਕੁਝ ਚੇਂਜਸ ਆ ਸਕਦੇ ਨੇ ਹੋ ਸਕਦਾ ਹੈ ਕਿ ਕਈ ਮੁੱਦੇ ਅਜਿਹੇ ਹੋਣ ਜਿਹੜੇ ਤੁਸੀਂ ਚਾਹੋਗੇ ਕਿ ਇਸ ਸ਼ੋਅ ਦੇ ਵਿੱਚ ਚੁੱਕੇ ਜਾਣੇ ਚਾਹੀਦੇ ਨੇ ਤੇ ਹੋ ਸਕਦਾ ਹੈ ਕਿ ਉਸ ਤਰ੍ਹਾਂ ਦੇ ਕਮੈਂਟ ਤੁਹਾਡੇ ਵੱਲੋਂ ਜ਼ਰੂਰ ਆਣ ਸੋ ਤਿਆਰ ਰਹੀਓ ਸ਼ੋਅ ਨੂੰ ਦੇਖਿਓ ਸ਼ੋਅ ਨੂੰ ਦੇਖਣ ਤੋਂ ਬਾਅਦ ਆਪਣਾ ਨਜ਼ਰੀਆ ਜਿਹੜਾ ਸਾਡੇ ਹਰ ਮਤਲਬ ਪਲੇਟਫਾਰਮ ਦੇ ਉੱਤੇ ਤੁਸੀਂ ਫੇਸਬੁੱਕ ਦੇ ਉੱਤੇ ਵੀ ਜਾ ਸਕਦੇ ਹੋ ਇੰਸਟਾਗ੍ਰਾਮ ਤੇ ਦੇਖ ਸਕਦੇ ਹੋ ਟੀਵੀ ਦੇ ਉੱਤੇ ਦੇਖੋਗੇ ਤਾਂ ਆਪਣੇ ਜਿਹੜੇ ਇਸ ਸ਼ੋਅ ਨੂੰ ਲੈ ਕੇ ਜੋ ਵੀ ਤੁਹਾਡੇ ਵਿਚਾਰ ਹੋਣਗੇ ਉਹਨਾਂ ਸੰਬੰਧੀ ਮੈਸੇजेस ਜ਼ਰੂਰ ਕਰਨਾ ਸੋ ਅਖੀਰ ਦੇ ਵਿੱਚ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ ਐਡਮਿੰਟਨ ਦੇ ਵਿੱਚ ਐਡਮਿੰਟਨ ਦਾ ਕੀ ਜੀ ਅਲਬਰਟਾ ਦੇ ਵਿੱਚ ਇੱਕ ਬੜੀ ਅਜੀਬੋ-ਗਰੀਬ ਗੱਲ ਪਤਾ ਲੱਗੀ ਆ ਉਹ ਇਹ ਕਿ ਜਦੋਂ ਕਿ ਅੰਟੇਰੀਓ ਤੇ BC ਵਾਲਿਆਂ ਨੇ ਪਿਛਲੇ ਜੀ ਕੋਈ 3 ਮਹੀਨਿਆਂ ਦੇ ਅੰਦਰ 500 ਟਿਕਟਸ ਜਿਹੜੀਆਂ ਇਸ਼ੂ ਕੀਤੀਆਂ ਉਹਨਾਂ ਲੋਕਾਂ ਨੂੰ ਜਿਹੜੇ ਟਰੈਵਲ ਕਰਕੇ ਆਏ ਸੀ ਔਰ ਉਹਨਾਂ ਨੇ ਕੁਆਰੰਟੀਨ ਦੇ ਜਿਹੜੇ ਕਾਨੂੰਨ ਸੀ ਉਹ ਭੰਗ ਕੀਤੇ ਅੱਛਾ ਹੁਣ ਤੁਸੀਂ ਵੀ ਹੈਰਾਨ ਹੋਵੋਗੇ ਅਲਬਰਟਾ ਦੇ ਵਿੱਚ ਇੱਕ ਵੀ ਟਿਕਟ ਜਿਹੜੀ ਹੈ ਜੀ ਕਿਸੇ ਨੂੰ ਇਸ਼ੂ ਨਹੀਂ ਕੀਤੀ ਗਈ ਔਰ ਇੱਥੇ ਜਦੋਂ ਕੁਝ ਟਰੈਵਲਰਸ ਦੇ ਨਾਲ ਮੀਡੀਆ ਵਾਲਿਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿੰਦੇ ਜੀ ਵੀ ਸਾਨੂੰ ਤਾਂ ਕੋਈ ਟਿਕਟ ਨਹੀਂ ਮਿਲੀ ਹੈ ਕੁਆਰੰਟੀਨ ਨਾ ਕਰਨ ਦੀ ਔਰ ਉਹਦਾ ਕਾਰਨ ਹੁਣ ਪਤਾ ਲੱਗਾ ਜੀ ਵੀ ਉਹ ਕੀ ਵਜ੍ਹਾ ਹੈਗੀ ਆ ਵੀ ਕਿਉਂ ਨਹੀਂ ਉਹ ਟਿਕਟ ਇਸ਼ੂ ਕਰ ਸਕਦੇ ਇੱਕ ਐਕਟ ਹੈਗਾ ਜਿਹੜਾ ਫੈਡਰਲ ਸਰਕਾਰ ਦੇ ਨਾਲ ਅਲਬਰਟਾ ਵਾਲਿਆਂ ਨੇ ਜਿਹੜਾ ਜੀ ਉਹਨੂੰ ਅਡੋਪਟ ਨਹੀਂ ਕੀਤਾ ਹੋਇਆ ਤੇ ਨਾ ਅਡੋਪਟ ਕਰਨ ਤੇ ਉਹ ਅਲਬਰਟਾ ਲਈ ਮਤਲਬ ਸਿਲਸਿਲਾ ਜਿਹੜਾ ਜੀ ਕੰਪਲਿਕੇਟਡ ਹੋ ਜਾਂਦਾ ਆ ਕਿਉਂਕਿ ਉਹਦੇ ਵਿੱਚ ਕ੍ਰਿਮੀਨਲ ਕੋਡ ਜਿਹੜੀ ਆ ਉਹ ਆ ਜਾਂਦੀ ਆ ਤੇ ਪੁਲਿਸ ਵਾਲੇ ਕਹਿੰਦੇ ਜੀ ਜਦੋਂ ਕ੍ਰਿਮੀਨਲ ਵਾਲੀ ਗੱਲ ਆ ਜਾਂਦੀ ਆ ਤੇ ਉਸ ਵੇਲੇ ਔਖਾ ਹੋ ਜਾਂਦਾ ਲੋਕਾਂ ਨੂੰ ਟਿਕਟ ਦੇਣਾ ਕਿਉਂਕਿ ਉਹਨਾਂ ਕੋਲ ਉਨੀ ਅਥਾਰਟੀ ਨਹੀਂ ਰਹਿੰਦੀ ਅਗਰ ਉਸ ਲਾ ਨੂੰ ਅਲਬਰਟਾ ਅਡੋਪਟ ਕਰ ਲੈ ਫੈਡਰਲ ਗੌਰਮੈਂਟ ਵਾਲੇ ਨੂੰ ਤੇ ਕੰਟਰਾਵੈਂਸ਼ਨ ਉਹਦਾ ਨਾਂ ਹੈ ਜੀ ਲਾ ਦਾ ਜੇ ਉਹ ਅਡੋਪਟ ਕਰ ਲੈਣ ਤੇ ਫਿਰ ਪੁਲਿਸ ਵਾਲਿਆਂ ਨੂੰ ਜ਼ਿਆਦਾ ਅਧਿਕਾਰ ਮਿਲ ਜਾਂਦੇ ਆ ਤੇ ਉਹ ਫਿਰ ਟਿਕਟ ਜਿਹੜੀ ਆ ਇਸ਼ੂ ਕਰ ਸਕਦੇ ਆ ਹਾਲਾਂਕਿ ਪਿਛਲੇ ਹਫ਼ਤਿਆਂ ਦੇ ਵਿੱਚ ਅਲਬਰਟਾ ਸਰਕਾਰ ਜਿਹੜੀ ਆ ਉਹ ਕਾਫੀ ਸਖਤੀ ਨਾਲ ਪੇਸ਼ ਆ ਰਹੀ ਸੀਗੀ ਕਿਉਂਕਿ ਨੰਬਰ ਬਹੁਤ ਵੱਧ ਰਹੇ ਸੀਗੇ ਕੋਵਿਡ-19 ਦੇ ਤੇ ਜੇਸਨ ਕੈਨੀ ਹੋਰਾਂ ਨੇ ਮਤਲਬ ਜਿਹੜੇ ਜੁਰਮਾਨੇ ਸੀਗੇ ਆਮ ਇੱਥੇ ਉਹ $1000 ਤੋਂ $2000 ਕਰ ਦਿੱਤਾ ਸੀ ਮਤਲਬ ਡਬਲ ਕਰ ਦਿੱਤੇ ਸੀ ਜੀ ਇੱਕ ਕਿਸਮ ਦੇ ਫਾਈਨ ਉਹਨਾਂ ਨੇ ਪਰ ਇਸ ਮਾਮਲੇ ਦੇ ਵਿੱਚ ਜਿਹੜੇ ਆ ਉਹ ਕੋਈ ਕਿਸੇ ਨੂੰ ਨਾ ਜੁਰਮਾਨਾ ਕੀਤਾ ਗਿਆ ਤੇ ਨਾ ਕੋਈ ਹੋਰ ਉਹਨਾਂ ਨਾਲ ਕਿਸੇ ਤਰ੍ਹਾਂ ਡੀਲ ਕੀਤਾ ਗਿਆ ਜੀ ਔਰ ਇਹ ਬੜੀ ਹੈਰਾਨੀ ਵਾਲੀ ਔਰ ਚਿੰਤਾਜਨਕ ਗੱਲਬਾਤ ਹੈ ਜਦੋਂ ਕਿ ਹੋਰ ਜਿਹੜੇ ਸੂਬੇ ਹੈਗੇ ਨੇ ਉਹ ਜਿਵੇਂ ਤੁਹਾਨੂੰ ਦੱਸਿਆ ਕਿ ਅੰਟੇਰੀਓ ਤੇ BC ਉਹਨਾਂ ਨੇ 300 ਤੋਂ ਵੱਧ ਜਿਹੜੀਆਂ ਟਿਕਟਾਂ ਉਹ ਇਸ਼ੂ ਕਰ ਛੱਡੀਆਂ ਨੇ ਔਰ ਦੂਸਰੀ ਖਬਰ ਹੈਗੀ ਹੈ ਜੀ ਸਾਡੇ ਅਲਬਰਟਾ ਦੇ ਵਿੱਚ ਜਿਹੜਾ ਲੈਜਿਸਲੇਚਰ ਆ ਉਹ ਪਿਛਲੇ ਦਿਨੀ ਸਸਪੈਂਡ ਕਰ ਦਿੱਤਾ ਗਿਆ ਸੀਗਾ ਜੇਸਨ ਕੈਨੀ ਹੋਰਾਂ ਨੇ ਇਹ ਕੋਵਿਡ-19 ਦੇ ਵੱਧਦੇ ਹੋਏ ਕੇਸ ਦੇਖ ਕੇ ਹੀ ਉਹਨਾਂ ਕਿਹਾ ਸੀਗਾ ਵੀ ਜਿਹੜਾ ਰਿਮੋਟਲੀ ਜਾਂ ਜਿਹੜਾ ਹੈ ਲੋਕੀ ਪਾਰਟੀਸਪੇਟ ਕਰ ਸਕਦੇ ਆ ਪਰ ਹੁਣ ਉਹਨੂੰ ਇੱਕ ਹਫ਼ਤੇ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਜੀ ਉਹ ਜਿਹੜੀ ਸਸਪੈਂਸ਼ਨ ਹੈ ਨਾ ਉਹ ਇੱਕ ਹਫ਼ਤਾ ਹੋਰ ਵਧਾ ਦਿੱਤੀ ਆ ਉਹਦਾ ਕਾਰਨ ਇਹ ਆ ਕਿ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਿ ਮਿਸਟਰ ਨੇਥਨ ਕੂਪਰ
ਉਹ ਕਹਿੰਦੇ ਜੀ ਵੀ ਅਸੀਂ ਉੱਥੇ ਨਾ ਇੱਕ ਅਜਿਹਾ ਸਿਸਟਮ ਸੈਟਅਪ ਕਰ ਰਹੇ ਹਾਂ ਜਿਹਦੇ ਨਾਲ ਜਿਹੜੇ ਮੈਂਬਰ ਨੇ ਅਸੈਂਬਲੀ ਦੇ ਉਹ ਰਿਮੋਟਲੀ ਤਾਂ ਕਿ ਉਹ ਵੋਟਾਂ ਪਾ ਸਕਣ। ਸੋ ਇਸ ਕਰਕੇ ਉਹ ਕਹਿੰਦੇ ਜੀ ਹਫ਼ਤਾ ਇੱਕ ਹੋਰ ਜਿਹੜਾ ਲੈਜਿਸਲੇਚਰ ਉਹ ਸਸਪੈਂਡ ਰਹੇਗਾ। ਜਦੋਂ ਕਿ NDP ਪਾਰਟੀ ਦੇ ਜਿਹੜੇ ਹਾਊਸ ਲੀਡਰ ਆ ਕ੍ਰਿਸਟੀਨਾ ਗਰੇ, ਉਹਨਾਂ ਦਾ ਕਹਿਣਾ ਜੀ ਵੀ ਦੇਖੋ ਜੇਸਨ ਕੈਨੀ ਹੋਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ, ਕਾਵਰਡੈਸ ਸ਼ੋਅ ਕਰ ਰਹੇ ਆ ਵੀ ਉਹਨਾਂ ਨੂੰ ਲੋਕਾਂ ਨੂੰ ਸਾਹਮਣਾ ਕਰਨਾ ਚਾਹੀਦਾ। ਉਹ ਕਹਿੰਦੇ ਵੀ ਇਹ ਤਾਂ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀਗਾ, ਅਸੀਂ ਅੱਗੇ ਹੀ ਸਸਪੈਂਡ ਕੀਤਾ ਆ ਕਿਉਂਕਿ ਕੁਝ ਜ਼ਰੂਰੀ ਕਾਇਦੇ ਕਾਨੂੰਨ ਜਿਹੜੇ ਹੈਗੇ ਜੀ ਉਹ ਪਾਸ ਕਰਨ ਵਾਲੇ ਵੀ ਜਿਵੇਂ ਲੋਕਾਂ ਨੂੰ ਵੈਕਸੀਨ ਲਵਾਉਣ ਜਾਣਾ ਤਾਂ ਉਹਦੇ ਲਈ 2-3 ਘੰਟੇ ਦੀ ਜਿਹੜੀ ਪੇਡ ਛੁੱਟੀ ਹੋਣੀ ਚਾਹੀਦੀ ਆ। ਇਸ ਤਰ੍ਹਾਂ ਦੇ ਜਿਹੜੇ ਕੁਝ ਕਾਨੂੰਨ ਨੇ ਉਹ ਕਹਿੰਦੇ ਵੀ ਪਾਸ ਕਰਨੇ ਸੀਗੇ, ਪਰ ਜੇਸਨ ਕੈਨੀ ਹੋਰਾਂ ਨੇ ਇਹ ਜਿਹੜੀ ਸਸਪੈਂਸ਼ਨ ਵਾਲੀ ਗੱਲ ਕੀਤੀ ਆ ਉਹ ਕਹਿੰਦੇ ਵੀ ਆਪਣੇ ਆਪ ਨੂੰ ਲੁਕਾਉਂਦੇ ਫਿਰਦੇ ਨੇ। ਪਰ ਦੂਸਰੇ ਪਾਸੇ ਉਹ ਇਸ ਗੱਲ ਦੇ ਨਾਲ ਵੀ ਸਹਿਮਤ ਆ ਸਪੀਕਰ ਹੋਰਾਂ ਦੇ, ਕਿਉਂਕਿ ਸਪੀਕਰ ਨੇ ਆਪੋਜੀਸ਼ਨ ਪਾਰਟੀ ਦੇ ਹਾਊਸ ਲੀਡਰ ਕ੍ਰਿਸਟੀਨਾ ਗਰੇ ਹੋਰਾਂ ਨੂੰ ਵੀ ਉੱਥੇ ਖੱਤ ਭੇਜਿਆ ਸੀਗਾ ਕਿ ਅਸੀਂ ਆਹ ਕੰਮ ਹੁਣ ਇੱਥੇ ਕਰ ਰਹੇ ਹਾਂ ਜਿਹਨੂੰ ਹਫ਼ਤਾ ਲੱਗ ਜਾਣਾ ਜੀ ਔਰ ਟੈਸਟ ਕਰਨ ਨੂੰ, ਤੇ ਤਾਂ ਕਿ ਤੁਸੀਂ ਰਿਮੋਟਲੀ ਉੱਥੇ ਵੋਟਾਂ ਪਾ ਸਕੋ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।